ਕੈਨੇਡਾ ਪੱਕੇ ਹੋਣਾ ਹੈ, ਕਿਵੇਂ ਹੋਣਾ ਹੈ, ਕਿਹੜੇ ਪ੍ਰੋਵਿੰਸ 'ਚ ਜਾਣਾ ਹੈ, ਕਿਹੜੇ ਸੂਬੇ ਦੇ ਵਿੱਚ ਜ਼ਿਆਦਾ ਵਧੀਆ ਰੂਲਸ ਨੇ, ਸਾਰਾ ਕੁਝ ਲੈ ਕੇ ਫਿਰ ਤੋਂ ਹਾਜ਼ਰ ਆ BTV ਦੇ ਵਿੱਚ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਪ੍ਰੋਗਰਾਮ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਮੀਗ੍ਰੇਸ਼ਨ ਰਿਗਾਰਡਿੰਗ ਅਸੀਂ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਲੋ ਜੀ, ਸਪੈਸ਼ਲ ਨੂੰ ਹੋਰ ਸਪੈਸ਼ਲ ਬਣਾਉਂਦੇ ਹਾਂ ਔਰ ਤੁਸੀਂ ਜਾਣ ਗਏ ਹੋਗੇ ਇੰਨਾ ਸੋਹਣਾ ਜਿਹੜਾ ਆਫਿਸ ਹੈ ਉਹ ਕਿਹਨਾਂ ਦਾ ਹੈ। ਚੇਜ਼ ਗਲੋਬਲ ਇਮੀਗ੍ਰੇਸ਼ਨ ਦੇ ਆਫਿਸ ਅਸੀਂ ਫਿਰ ਤੋਂ ਪਹੁੰਚ ਚੁੱਕੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਵਿਕਾਸ ਜੀ ਔਰ ਨਿਸ਼ਾ ਜੀ, ਬਹੁਤ-ਬਹੁਤ ਸਵਾਗਤ। ਥੈਂਕ ਯੂ ਜੀ ਸ਼ਵੀ ਜੀ, ਤੇ BTV ਦੇ ਸਰੋਤਿਆਂ ਨੂੰ ਅਗੇਨ ਵੈਲਕਮ ਹੈਗਾ ਸਾਡੇ ਵੱਲੋਂ, ਟੀਮ ਚੇਜ਼ ਗਲੋਬਲ ਵੱਲੋਂ, ਮੇਰੇ ਵਿਕਾਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਹੈਲੋ ਤੇ ਆਦਾਬ। ਤੇ ਨਿਸ਼ਾ ਕੈਨ ਇੰਟਰੋਡਿਊਸ। Yeah, thank you for again seeing us, and हम आपके सारे questions और उनसे related जो भी आपकी queries हैं जी लेके ਜੀ ਬਿਲਕੁਲ। ਚੇਜ਼ ਗਲੋਬਲ ਇਮੀਗ੍ਰੇਸ਼ਨ ਨੂੰ ਨਾ ਬਹੁਤ ਲੋਕ ਚੇਜ਼ ਕਰ ਰਹੇ ਨੇ ਅੱਜ ਕੱਲ੍ਹ। ਕਹਿੰਦੇ ਨੇ ਵੀ ਹੈਵ ਟੂ ਚੇਜ਼ ਆਰ ਡ੍ਰੀਮਸ। ਤੇ ਅੱਜ ਕੱਲ੍ਹ ਨਾ ਬਹੁਤ ਕਨਫਿਊਜ਼ਡ ਹੋਈ ਪਈ ਜਨਤਾ, ਹੈ ਨਾ। ਸਾਰਿਆਂ ਦਾ ਕਹਿਣਾ ਹੈ ਕਿ ਪਤਾ ਨਹੀਂ ਸ਼ਾਇਦ ਕੈਨੇਡਾ ਨਾ ਬਹੁਤ ਔਖਾ ਹੋ ਗਿਆ, ਰਹਿਣ ਦਿੰਦੇ ਹਾਂ, ਕਿਤੇ ਹੋਰ ਜਾਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕਿਤੇ ਹੋਰ ਆਪਾਂ ਕੋਸ਼ਿਸ਼ ਟਰਾਈ ਕਰਦੇ ਹਾਂ, ਹੈ ਨਾ। ਸੋ ਐਲਬਰਟਾ ਨੂੰ ਲੈ ਕੇ, ਹੈ ਨਾ, ਜਿਵੇਂ ਤੁਹਾਨੂੰ ਯਾਦ ਹੋਣਾ ਇੰਡੀਆ ਦੇ ਵਿੱਚ ਨਾ ਬੱਸਾਂ ਚੱਲਦੀਆਂ ਹੁੰਦੀਆਂ ਸੀ ਨਾ, ਜਲੰਧਰ, ਚੰਡੀਗੜ੍ਹ। ਤੇ ਮੈਨੂੰ ਲੱਗਦਾ ਅੱਜ ਕੱਲ੍ਹ ਐਲਬਰਟਾ ਹੋਇਆ ਪਿਆ। So why Alberta is so special for immigration? देखिए, अल्बर्टा शुरू से ही it is actually in demand for immigrants as because काफी supportive categories और like nomination friendly कह सकते हो आप province है जी। तो yes, but recently थोड़ा सा इसमें change ये आया कि अल्बर्टा ने अपनी provincial nomination stream जो थी Alberta opportunity stream उसको temporarily pause कर दिया, right? So they are saying that we are like there are volume of applications right now, तो जिस वजह से हम ये stream थोड़ी देर के लिए pause कर रहे हैं until further notice। तो थोड़ा सा up and down रहा for all the prospective applicants जितने हमारे clients हैं। तो but at the same time there are other opportunities as well, other categories as well, जिसको लेके Alberta थोड़ा सा like they are promoting those opening categories। and yes जी। तो या इक्वली आई वुड से कि थोड़ा सा अभी भी डिमांड में है अल्बर्टा if you are the right candidate। yes। देखो जी, मैं कहूँगा शवि जी कि डिमांड च पहले भी सीगा, हले भी है, आगे भी रहूंगा। इट जस्ट एज एन एप्लीकेंट ਸਾਨੂੰ ਥੋੜਾ ਜਿਹਾ ਆਊਟ ਆਫ ਦਾ ਬਾਕਸ ਸੋਚਣਾ ਪੈਣਾ ਇਹਦੇ ਲਈ, ਰਾਈਟ। ਕੁਝ ਇਨੋਵੇਟਿਵ ਤਰੀਕੇ ਨਾਲ ਆਪਣੀ ਪ੍ਰੋਫਾਈਲ ਜਾਂ ਆਪਣੇ ਆਪ ਨੂੰ ਐਲੀਜੀਬਲ ਕਰਨਾ ਪੈਣਾ ਹੈ। ਇੱਕ ਸਟਰੀਮ ਜੇ ਰਾਹ ਬੰਦ ਹੋਇਆ, ਦੂਜੇ ਰਾਹ ਓਪਨ ਹੋ ਗਏ ਨੇ ਆਲਰੇਡੀ, ਵਿਚ ਵੀ ਕੈਨ ਸੀ। ਤੇ ਸਾਨੂੰ ਥੋੜਾ ਜਿਹਾ ਆਫੀਸ਼ੀਅਲੀ ਇੱਕ ਵਾਰੀ ਆਪਾਂ ਕਿਸੇ ਨਾਲ ਆਫੀਸ਼ੀਅਲ ਕੰਸਲਟੇਸ਼ਨ ਕਰੀਏ, ਵਿਲ ਗੈਟ ਟੂ ਨੋ ਮਚ ਬੈਟਰ ਰਾਦਰ ਦੈਨ ਆਪਾਂ ਰਿਊਮਰਸ ਦੇ ਵਿੱਚ ਆ ਜਾਈਏ, ਸੋਸ਼ਲ ਮੀਡੀਆ ਤੇ ਥੋੜੀ ਜਿਹੀ ਇਨਫੋਰਮੇਸ਼ਨ ਲੈ ਕੇ ਆਪਾਂ ਬਹੁਤ ਛੇਤੀ ਘਬਰਾ ਜਾਂਦੇ ਹਾਂ ਕਿ ਐਵਰੀਥਿੰਗ ਇਜ਼ ਸਟਾਪ ਨਾਓ, ਵਟ ਵਿਲ ਹੈਪਨ। ਐਲਬਰਟਾ ਨੇ, ਜਿਵੇਂ ਨਿਸ਼ਾ ਨੇ ਦੱਸਿਆ, ਇੱਕ ਪਾਸੇ ਜੇ ਐਲਬਰਟਾ opportunity stream pause ਕੀਤੀ ਹੈ, ਕਾਫੀ ਲੋਕੀ ਕਹਿ ਰਹੇ ਬੰਦ ਕਰਤੀ ਜੀ। no, they have not stopped it, they just temporarily paused it for few months, or maybe ਉਹਨਾਂ ਦੀ ਜਿਹੜੀ ਇਨਵੈਂਟਰੀ ਉਹਨਾਂ ਨੇ ਮੈਂਸ਼ਨ ਕੀਤਾ ਹੈ ਉਹ ਬੈਕਲੌਗਸ ਹੈ, ਕਲੀਅਰ ਕਰਨਾ ਹੈ। ਕੁਝ ਆਕੂਪੇਸ਼ਨਸ ਹਾਈ ਇਨਵੈਂਟਰੀ ਹੋ ਗਈ ਸੀ, ਉਹਨਾਂ ਨੇ ਉਹਨੂੰ ਸੌਰਟ ਆਊਟ ਕਰਨਾ ਹੈ। ਬਟ ਐਟ ਦ ਸੇਮ ਟਾਈਮ what we can observe and see, there are further new programs which they have launched, ਜਿਹਦੇ ਵਿੱਚ ਐਲਬਰਟਾ ਹਸਪਿਟੈਲਿਟੀ ਐਂਡ ਟੂਰਿਜ਼ਮ ਸੈਕਟਰ ਨੂੰ ਬੂਸਟ ਕਰਨ ਲਈ ਐਲਬਰਟਾ ਸ਼ੁਰੂ ਤੋਂ ਇੱਕ ਟੂਰਿਜ਼ਮ ਹੌਟਸਪੌਟ ਰਿਹਾ ਹੈ। ਜਿਹੜੀ ਇੱਥੇ ਦੀ ਸਿਟੀਜ਼ ਹੈਗੀਆਂ, ਬੈਂਫ ਹੈਗਾ, ਉੱਥੇ ਦੀ ਹਸਪਿਟੈਲਿਟੀ ਟੂਰਿਜ਼ਮ ਨੂੰ ਬੂਸਟ ਕਰਨ ਲਈ ਇਹਨਾਂ ਨੇ ਕੁਝ ਇੱਕ ਬੜਾ ਇਨੋਵੇਟਿਵ ਜਿਹਾ ਪ੍ਰੋਗਰਾਮ ਕੱਢਿਆ। ਕੁਝ ਆਕੂਪੇਸ਼ਨਸ ਹੈਗੀਆਂ, ਸਾਡੇ ਜਿਹੜੇ ਟੀਮ ਮੈਂਬਰ ਹੈਗੇ ਆ, ਸੀਨੀਅਰ RCAC ਪ੍ਰਿਆ ਜਿਹੜੇ ਹੈਗੇ, ਸ਼ੀ ਵਿਲ ਟੱਚ ਬੇਸ ਟੂ ਦੈਟ ਇਵੈਂਚੁਅਲੀ ਕਿ ਐਗਜ਼ੈਕਟਲੀ ਕੀ ਪ੍ਰੋਗਰਾਮ ਹੈਗਾ, ਕਿਵੇਂ ਕਰਦੇ ਆ। ਇੱਕ ਜਿਹੜਾ ਐਲਬਰਟਾ ਟੂਰਿਜ਼ਮ ਹਸਪਿਟੈਲਿਟੀ ਪ੍ਰੋਗਰਾਮ ਤੋਂ ਇਲਾਵਾ ਕੁਝ ਇਨਵੈਸਟਮੈਂਟ ਕੈਟੇਗਰੀ ਦੇ ਵੀ ਬਹੁਤ ਸੋਹਣੇ ਪ੍ਰੋਗਰਾਮ ਇਹਨਾਂ ਨੇ ਲਾਂਚ ਕੀਤੇ ਆ। ਵੀ ਪੀਪਲ ਆਰ ਨਾਟ ਮਚ ਅਵੇਅਰ। ਸਾਨੂੰ ਘੁੰਮ ਫਿਰ ਕੇ LMIA, ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, ਇੱਥੇ ਆਪਾਂ ਡਿਸਕਸ਼ਨ ਕਰਦੇ ਹਾਂ। ਬਟ ਜੇ ਤੁਹਾਡੇ ਕੋਲ ਇਨਵੈਸਟਮੈਂਟ ਹੈਗੀ ਹੈ, ਤੁਸੀਂ ਇੱਕ ਐਂਟਰਪ੍ਰੈਨਿਓਰ ਮਾਈਂਡ ਰੱਖਦੇ ਹੋ, ਤੁਹਾਡੇ ਕੋਲ ਇਨੋਵੇਟਿਵ ਆਈਡੀਆਜ਼ ਹੈਗੇ ਨੇ, ਵਾਈ ਨਾਟ ਟੂ ਡਾਈਵਰਸਿਫਾਈ ਯੋਰ ਸਕਿੱਲਸ ਐਂਡ ਅਟੈਂਸ਼ਨ ਟੂ ਦਿਸ ਐਂਟਰਪ੍ਰੈਨਿਓਰਸ਼ਿਪ। ਯਾਨੀ ਕਿ ਬਿਜ਼ਨਸ ਵੀਜ਼ਾ ਇੱਕ ਤਰ੍ਹਾਂ ਤੁਸੀਂ ਕਹਿ ਲਈਏ ਕਿ ਬਿਜ਼ਨਸ ਤੁਸੀਂ ਕਰ ਸਕਦੇ ਹੋ ਤੇ ਤੁਹਾਨੂੰ PR ਮਿਲ ਸਕਦੀ ਹੈ। ਸਟੂਡੈਂਟਸ ਤੋਂ ਬਾਅਦ ਜਿਵੇਂ ਸਟੂਡੈਂਟ ਵੀਜ਼ਾ ਕੋਰਸ ਪੂਰਾ ਕਰ ਲਿਆ, ਪੋਸਟ ਗ੍ਰੈਜੂਏਟ ਉਹਦੇ ਕੋਲ ਵਰਕ ਪਰਮਿਟ ਹੈ, ਉਹ ਵੀ ਐਲੀਜੀਬਲ ਨੇ ਜੀ ਇਹਦੇ ਵਿੱਚ? हाँ बिल्कुल, एक कैटेगरी है इनकी ग्रेजुएट एंटरप्रेन्योर स्ट्रीम फॉर एल्बर्टा। तो इसमें दे हैव स्पेसिफिकली मेंशन दैट दोज हु हैव ग्रेजुएटेड फ्रॉम एल्बर्टा, एटलीस्ट आप अगर 2 इयर्स की मिनिमम एजुकेशन आपने एल्बर्टा से गेन करी है तो आप इस स्ट्रीम में फॉल कर सकते हो। इफ यू have an experience of managing or owning a business either abroad or in Canada। अच्छा, ठीक है। तो वो एक्सपीरियंस आपका मिनिमम 6 months का होना चाहिए। चाहे आपने बिजनेस मैनेज किया हो बैक होम इन योर कंट्री, या आपने कनाडा में स्टडी से पहले
कभी कोई काम किया हो या ड्यूरिंग स्टडीज आपने कोई बिजनेस पार्ट टाइम ऐसे काम किसी के साथ भी किया हो, तो ऑफ कोर्स यस आप इस कैटेगरी में फॉल कर सकते हो. द गुड थिंग अबाउट दिस इज कि इसमें कोई मिनिमम इन्वेस्टमेंट नहीं चाहिए आपको. अच्छा, इट इज नॉट अ मैंडेटरी रिक्वायरमेंट. मतलब ऐसा नहीं है कि $2 लाख, $3 लाख. ये ग्रेजुएट स्ट्रीम की ये ब्यूटी है कि आप लगा लो, देयर इज नो मिनिमम रिक्वायरमेंट, मैंडेटरी रिक्वायरमेंट. बट यस, एक EOI बेस्ड लाइक एक्सप्रेशन ऑफ इंटरेस्ट आप अल्बर्टा को प्रेजेंट करते हो विद योर बिजनेस प्लान, विद योर थिंग्स कि आप किस तरीके से इकोनॉमिकली अल्बर्टा को बेनिफिट करोगे. राइट, देयर आर फ्यू सेक्टर्स, अगर आप उसमें करते हो तो आपको ज्यादा पॉइंट्स मिलते हैं. सो नेमली लाइक अगर आप टेक्नोलॉजी में इन्वेस्ट करते हो, एविएशन में इन्वेस्ट करते हो या एग्रीकल्चर में इन्वेस्ट करते हो तो आपके EOI के पॉइंट्स ज्यादा बढ़ जाते हैं. अच्छा, ज्यादा बनते हैं. तो बेसिकली आप एक्सप्रेशन ऑफ इंटरेस्ट डाल रहे हो, ओके, उसको आपको फर्दर पॉइंट्स मिल रहे हैं. पॉइंट्स आपको किस बेसिस पे मिल रहे हैं? लैंग्वेज पे मिल रहे हैं, आपके वर्क एक्सपीरियंस पे मिल रहे हैं, आपके एजुकेशन पे मिल रहे हैं. एंड अगेन द इन्वेस्टमेंट पार्ट, जैसे कि मैंडेटरी कोई मिनिमम इन्वेस्टमेंट नहीं है, बट अगर आप $25,000 इन्वेस्ट कर रहे हो तो आपको 5 पॉइंट्स मिल रहे हैं. $25,000 से 50,000 इन्वेस्ट कर रहे हो तो आपको 10 पॉइंट्स मिल रहे हैं. ऐसे मतलब 25,000 से भी शुरू हो सकता है. एग्जैक्टली, Okay. या सो दैट इज द काइंड ऑफ लीवरेज अल्बर्टा दे रहा है स्टूडेंट्स को कि ठीक है, अगर एक तरफ आपको लग रहा है कि आप AOS नहीं डाल पा रहे हो एंड यू आर ऑफ अ बिजनेस पॉइंट ऑफ व्यू, राइट, तो आप ग्रेजुएट एंटरप्रेन्योर स्ट्रीम में फॉल कर सकते हो. ये देखो जी किੰਨਾ ਸੋਹਣਾ ਪ੍ਰੋਗਰਾਮ ਜਿਵੇਂ ਨਿਸ਼ਾ ਨੇ ਦੱਸਿਆ ਨਾ ਕਿ ਅਲਬਰਟਾ ਗ੍ਰੈਜੂਏਟ ਐਂਟਰਪ੍ਰੈਨਿਓਰ ਸਟਰੀਮ ਜਿਹੜੀ ਹੈਗੀ ਹੈ, ਤੁਸੀਂ PGWP ਤੇ ਹੈਗੇ ਆ. ਕਾਫੀ ਸਟੂਡੈਂਟ ਸੋਚਦੇ ਨੇ ਕਿ ਹੁਣ ਅਸੀਂ ਕੀ ਕਰੀਏ ਜੀ, ਸਾਨੂੰ LMIA ਲੈਣੀ ਪੈਣੀ ਹੈ ਜਾਂ ਹੋਰ ਕਾਲਜ ਚੇਂਜ ਕਰਨੇ ਪੈਣੇ. ਨੋ, ਯੂ ਹੈਵ ਐਨ ਆਪਸ਼ਨ ਇਨ ਅਲਬਰਟਾ ਸਟਿਲ ਐਜ਼ ਐਨ ਅਲਬਰਟਨ ਗ੍ਰੈਜੂਏਟ. ਜੇ ਤੁਸੀਂ 2 ਸਾਲ ਦੀ ਸਟੱਡੀ ਕੀਤੀ ਹੈ, ਜਿਵੇਂ ਨਿਸ਼ਾ ਨੇ ਕਿਹਾ 6 ਮਹੀਨੇ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਜਿਹੜੀ ਫੀਲਡ ਦੇ ਵਿੱਚ ਤੁਸੀਂ ਆਪਣੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਮਿਨੀਮਮ ਰਿਕੁਆਇਰਮੈਂਟ ਕੋਈ ਨਹੀਂ ਹੈਗੀ. $25,000 ਵੀ ਤੁਸੀਂ ਐਜ਼ ਅ EOI ਦੇ ਵਿੱਚ ਕੁਝ ਇਨੋਵੇਟਿਵ ਆਈਡੀਆ ਤੁਹਾਨੂੰ ਦਿਖਾਣਾ ਪੈਣਾ. ਇਹ ਨਹੀਂ ਕਿ ਤੁਸੀਂ ਕੋਈ ਵੀ ਐਨੀ ਬਿਜ਼ਨਸ, ਰੈਂਡਮ ਬਿਜ਼ਨਸ ਯੂ ਬਾਈ ਔਰ ਇਨਵੈਸਟ. ਇਟ ਹੈਜ਼ ਟੂ ਬੀ ਸਮ ਇਨੋਵੇਟਿਵ ਸਕਿੱਲਸ. ਤੁਸੀਂ ਜੌਬ ਓਪਰਚੁਨਿਟੀਜ਼ ਕ੍ਰੀਏਟ ਕਰ ਰਹੇ ਹੋ, ਸਕਸੈਸ਼ਨ ਕਿਵੇਂ ਕਰ ਰਹੇ ਹੋ, 34% ਦੀ ਤੁਹਾਡੀ ਓਨਰਸ਼ਿਪ ਹੋਣੀ ਚਾਹੀਦੀ ਹੈ. ਤੁਸੀਂ ਮਿਲ ਕੇ ਵੀ ਕਰ ਸਕਦੇ ਹੋ. ਅੱਛਾ, ਮਿਲ ਕੇ ਵੀ ਕਰ ਸਕਦੇ ਹੋ. ਇਹ ਨਹੀਂ ਕਿ ਤੁਸੀਂ 100 ਹੋਲਸੇਲ you can purchase an existing business also. Okay. yes ਜੀ. So ਕੋਈ ਰੈਸਟੋਰੈਂਟ ਵਗੈਰਾ, ਕੋਈ ਟੇਕ ਆਊਟ ਰੈਸਟੋਰੈਂਟ ਵੀ ਤੁਸੀਂ ਟੇਕ ਓਵਰ ਕਰ ਸਕਦੇ ਹੋ ਇਫ ਯੂ ਵਾਂਟ ਟੂ. ਔਰ ਜਿਹੜਾ ਇੱਕ ਸਰਵਿਸ ਕਲਾਸ ਜਿਹੜਾ ਹੁੰਦਾ ਉਹਨੂੰ ਵੀ ਆਪਾਂ ਬਿਜ਼ਨਸ ਕਹਿ ਦਿੰਦੇ ਆ. ਜਿਵੇਂ ਤੁਹਾਡਾ ਵੀ ਸਰਵਿਸ ਦਾ, ਸਾਡਾ ਵੀ ਸਰਵਿਸ ਹੀ ਹੈ. ਜਾਂ ਕੋਈ ਲੈਟਸ ਸੇ ਕੋਈ ਮੌਰਗੇਜ ਦਾ ਕੋਰਸ ਕਰਕੇ ਕੋਈ ਮੌਰਗੇਜ ਕੰਸਲਟੈਂਟ ਬਣ ਗਿਆ, ਉਹਨੇ ਫਰਮ ਖੋਲ ਲਈ, ਕੋਈ ਲਾਇਰ ਦਾ ਸ਼ਾਇਦ ਕੋਰਸ ਕੀਤਾ ਹੋਇਆ, ਲਾਅ ਫਰਮ ਖੋਲ ਲਈ. ਇੱਦਾਂ ਦੇ ਜਿਹੜੇ ਬਿਜ਼ਨੈਸਸ ਨੇ ਉਹ ਵੀ ਕੁਆਲੀਫਾਈ ਕਰਦੇ. ਦੇਖੋ ਜੀ, ਕੇਸ ਟੂ ਕੇਸ ਬੇਸਿਸ ਦੇ ਵਿੱਚ ਜਦੋਂ ਅਪਾਇੰਟਮੈਂਟ ਹੋਣਗੇ ਅਸੀਂ ਡਿਸਕਸ ਕਰ ਸਕਦੇ ਹਾਂ ਐਸ ਪਰ ਜੀ ਪ੍ਰੋਵਿੰਸ਼ੀਅਲ ਜਾਂ ਫੈਡਰਲ ਕੋਈ ਰੈਗੂਲੇਸ਼ਨ ਰਿਕੁਆਇਰਮੈਂਟ. ਜਾਂ ਚਲੋ ਮੈਂ ਸਿੰਪਲੀਫਾਈ ਕਰ ਦਵਾਂ, ਸੌਰੀ, ਹੈ ਨਾ. ਜਿਵੇਂ ਕੋਈ IT ਦੇ ਵਿੱਚ ਕੈਟੇਗਰੀ ਬੰਦਾ ਕਹਿੰਦਾ ਕਿ ਅਸੀਂ ਕੈਮਰੇ ਵਗੈਰਾ ਇੰਸਟਾਲ ਕਰਨ ਦਾ ਕੰਮ ਖੋਲ ਸਕਦੇ ਹਾਂ, ਦੈਟਸ ਅ ਬਿਜ਼ਨਸ, ਇਟਸ ਅ ਵੈਰੀ ਸਮਾਲ ਇਨਵੈਸਟਮੈਂਟ. ਸੋ ਉਹ ਵੀ ਕੁਆਲੀਫਾਈ ਕਰ ਸਕਦਾ. ਵੈਰੀ ਇਨੋਵੇਟਿਵ ਜਿਹੜੇ ਐਦਾਂ ਦੇ ਹੀ ਦੇਖੋ STEM ਜਿਹੜੀ ਆਕੂਪੇਸ਼ਨ ਹੈ ਨੇ, ਸਾਇੰਸ, ਟੈਕਨੋਲੋਜੀ, ਐਜੂਕੇਸ਼ਨ, ਮੈਥ, ਇਹਦੇ ਨੇੜੇ ਤੇੜੇ ਜਿਹੜੇ ਵੀ ਬਿਜ਼ਨੈਸਿਸ ਜਾਂ ਸਕਿੱਲਸ ਆ ਜਾਂਦੀ ਹੈ ਉਹਨਾਂ ਨੂੰ ਬੂਸਟ ਕਰਨ ਲਈ, ਉਹਦਾ ਦੇ ਐਂਟਰਪ੍ਰੀਨਿਓਰਸ਼ਿਪ ਬਿਜ਼ਨਸ ਨੂੰ ਸੈਟਅਪ ਕਰਨ ਲਈ ਗਵਰਨਮੈਂਟ ਵਿਲ ਡੈਫੀਨਿਟਲੀ ਸਪੋਰਟ. ਉਹਦੇ ਵਿੱਚ ਤੁਸੀਂ ਇਨਵੈਸਟ ਕਰ ਸਕਦੇ ਹੋ. ਜਾਂ ਫਿਰ ਜਿਹੜੀ ਆਕੂਪੇਸ਼ਨ ਇਨ ਡਿਮਾਂਡ ਹੈਗੀ ਹੈ, ਫਾਰਮਿੰਗ ਰਿਲੇਟਡ ਇਕਵਿਪਮੈਂਟਸ ਹੋਗੀ, ਟੈਕਨੋਲੋਜੀਕਲ ਇਕਵਿਪਮੈਂਟਸ ਹੋਗੀ, ਥੋੜੀ ਟੈਕਨੀਕਲ ਸਾਇੰਟੀਫਿਕ ਇੰਸਟਰੂਮੈਂਟੇਸ਼ਨ ਹੋਗੀ, ਆਇਲ ਐਂਡ ਗੈਸ ਨੂੰ ਸਪੋਰਟ ਕਰ ਰਹੇ ਹੋ ਤੁਸੀਂ, ਹੈਲਥ ਕੇਅਰ ਨੂੰ ਤੁਸੀਂ ਸਪੋਰਟ ਕਰ ਰਹੇ ਹੋ, ਮੈਡੀਕੇਸ਼ਨ ਨੂੰ ਤੁਸੀਂ ਸਪੋਰਟ ਕਰ ਰਹੇ ਹੋ. ਇਹਦੇ ਰਿਲੇਟਡ ਜਿਹੜੀ ਵੀ ਆਕੂਪੇਸ਼ਨਸ ਹੈਗੀ ਹੈ, ਇਨਵੈਸਟਮੈਂਟ ਹੈਗੀ, ਉਹਦੇ ਵਿੱਚ ਤੁਸੀਂ ਇਸ ਕੈਟੇਗਰੀ ਦੇ ਵਿੱਚ ਆਪਣੀ ਫਾਈਲ ਲਾ ਸਕਦੇ ਹੋ. ਐਟ ਦਾ ਸੇਮ ਟਾਈਮ ਇਹ ਤਾਂ ਹੋਗੀ ਅਲਬਰਟਾ ਗ੍ਰੈਜੂਏਟ ਐਂਟਰਪ੍ਰੀਨਿਓਰ ਸਟਰੀਮ. ਦੂਜੀ ਸਟਰੀਮ ਜਿਹੜੀ ਹੈਗੀ ਇਹਨਾਂ ਦੀ ਅਲਬਰਟਾ ਫॉरेन ग्रेजुएट इंडस्ट्री. अच्छा जी. स्ट्रीम आई थिंक निशा कैन बेटर गाइड. या अगेन अगर आपने मान लीजिए यहाँ से स्टडी नहीं करी, यू आर सिटिंग अब्रॉड, राइट, लाइक आप किसी और कंट्री में हैं, कहीं से पढ़े हुए हैं, राइट, अगेन सेम प्रोसीजर है, EOI एक्सेप्टेंस है. There is a designated body, you can say, in Calgary as well, जो आपको support करती है to create your business plans. अच्छा. Right, to help you. There is a 6 weeks program for that from that organization जो आपको prepare करती है कि how you have to present your entrepreneur stream application. तो बहुत कुछ depend करता है आपके business plan पे. But yes, that is again an opportunity for those जो बाहर पढ़े हैं but again business से invest करना चाहते हैं. There is a minimum mandatory requirement. अगर आप urban region में invest कर रहे हैं तो minimum investment is Canadian $100,000. ठीक है. And अगर आप कोई regional community में invest कर रहे हैं तो minimum investment is Canadian $50,000. ਇਹ ਜਿਵੇਂ ਆਪਾਂ ਸਟਾਰਟਅਪ ਕਹਿ ਦਿੰਦੇ, ਤੁਸੀਂ ਸਟਾਰਟਅਪ ਕੋਈ ਫੋਰਨ ਗ੍ਰੈਜੂਏਟ ਹੋ, ਤੁਸੀਂ ਮਤਲਬ ਸਪੋਜ਼ ਕਰੋ ਇੰਡੀਆ ਦੇ ਵਿੱਚ ਕੋਈ ਪ੍ਰੋਗਰਾਮ ਦੇਖ ਰਹੇ ਹੋ, ਤੁਹਾਡੇ ਕੋਲ ਕੋਈ ਸਟਾਰਟਅਪ ਬਿਜ਼ਨਸ ਪਲਾਨ ਵਧੀਆ ਹੈਗਾ, ਯੂ ਹੈਵ ਅ ਬੇਸਿਕ ਇਨਵੈਸਟਮੈਂਟ
ਇਨਵੈਸਟਮੈਂਟ ਤੁਹਾਡੇ ਕੋਲ ਹੈਗੀ ਹੈ, ਹਮ। ਮੋਰ ਇਜ਼ ਆਲਵੇਜ਼ ਬੈਟਰ, Yeah. ਬਿਕੋਜ਼ ਜਿਵੇਂ ਨਿਸ਼ਾ ਨੇ ਕਿਹਾ ਇੱਕ ਪੁਆਇੰਟ ਗ੍ਰਿਡ ਸਿਸਟਮ ਹੈਗਾ ਗਵਰਨਮੈਂਟ ਦਾ, ਜੀ ਉਹਦੇ ਵਿੱਚ ਯੂ ਕੈਨ ਅਟੇਨ ਔਰ ਕਲੇਮ ਸਰਟਨ ਪੁਆਇੰਟ ਬੇਸਡ ਅਪਨ ਯੂਰ ਐਜੂਕੇਸ਼ਨ ਹਮ। ਸਕਿੱਲਸ, ਤੁਹਾਡੀ ਕਨੈਕਟੀਵਿਟੀ ਵਿਦ ਅਲਬਰਟਾ, ਤੁਹਾਡੇ ਕੋਲ ਰਿਲੇਟਿਵਸ ਹੈਗੇ ਨੇ, ਫਰੈਂਡਸ ਹੈਗੇ ਨੇ, ਤੁਹਾਡੇ ਸਪਾਊਸ ਦੀ ਕੁਆਲੀਫਿਕੇਸ਼ਨ ਕੀ ਹੈਗੀ, ਐਕਸਪੀਰੀਅੰਸ ਕਿੰਨਾ ਹੈਗਾ, ਜੀ ਰਾਈਟ? ਤੇ ਤੁਹਾਨੂੰ ਕੋਈ ਜਿਹੜੀ ਐਂਜਲ ਇਨਵੈਸਟਰ ਜਾਂ ਕੋਈ ਇਦਾਂ ਦਾ ਸਪੋਰਟਿੰਗ ਗਰੁੱਪ ਜਿਹੜਾ ਫਾਈਨੈਂਸ਼ੀਅਲ ਇਨਕੋਰਪੋਰੇਟਰਸ ਤੁਹਾਨੂੰ ਸਪੋਰਟ ਕਰ ਰਹੇ ਨੇ, ਤੁਸੀਂ ਐਕਸਟਰਾ ਪੁਆਇੰਟਸ ਕਲੇਮ ਕਰ ਸਕਦੇ ਹੋ। ਐਟ ਦ ਐਂਡ ਆਫ ਦ ਡੇ ਇਟਸ ਐਨ ਐਕਸਪ੍ਰੈਸ਼ਨ ਆਫ ਇੰਟਰਸਟ, देयर इज नो रिस्ट्रिक्शन ਕਿ ਕੋਈ ਤੁਸੀਂ ਨਹੀਂ ਲਾ ਸਕਦੇ, ਤੁਸੀਂ ਲਾ ਸਕਦੇ ਹੋ। At the end of the day, it's an officer opinion. ਜਿਹਨੂੰ ਲੱਗਦਾ ਹੈ ਕਿ this skill or business will going to boost Albertan economy, ਤੇ definitely they can consider it, and ਉਹਦੇ ਬਾਅਦ ਇਹ nomination ਦੇ ਸਕਦੇ ਜਾਂ ਤੁਸੀਂ in between work permit ਵੀ ਆਪਣਾ ਅਪਲਾਈ ਕਰ ਸਕਦੇ ਹੋ। ਵਾਹ ਜੀ ਵਾਹ, ਮੈਨੂੰ ਲੱਗਦਾ ਕਿ ਬਹੁਤ ਵਧੀਆ, ਕਿਉਂਕਿ ਜਦੋਂ ਤੁਸੀਂ ਪੈਸੇ ਇਨਵੈਸਟ ਕਰਕੇ ਬਿਜ਼ਨਸ, ਤੁਹਾਡਾ ਮਾਈਂਡ ਹੈ ਬਿਜ਼ਨਸ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ, ਛੋਟੇ ਤੋਂ ਛੋਟਾ ਬਿਜ਼ਨਸ ਸ਼ੁਰੂ ਕਰੋ ਔਰ PR ਤੁਸੀਂ ਲੈ ਸਕਦੇ ਹੋ। ਇਹ ਜਿਹੜੇ ਸ਼ਵੀ ਜੀ ਆਪਾਂ ਨੇ 2 ਪ੍ਰੋਗਰਾਮ ਦੱਸੇ, ਐਲਬਰਟਾ ਗ੍ਰੈਜੂਏਟ ਐਂਟਰਪ੍ਰੀਨਿਓਰ ਸਟਰੀਮ ਜਿਹਨੇ ਐਲਬਰਟਾ ਤੋਂ ਸਟੱਡੀ ਕੀਤੀ ਹੈ, ਇੱਕ ਫੋਰਨ ਦਾ ਹੋ ਗਿਆ, ਐਲਬਰਟਾ ਫੋਰਨ ਗ੍ਰੈਜੂਏਟ ਸਟਰੀਮ ਜਿਹਨਾਂ ਨੇ ਫੋਰਨ ਤੋਂ ਸਟੱਡੀ ਕੀਤੀ ਹੈ। ਉਸ ਤੋਂ ਇਲਾਵਾ ਵੀ देयर आर 2 more programs ਇਨਵੈਸਟਮੈਂਟ ਤੋਂ ਲੈ ਕੇ। ਅੱਛਾ, one is the Alberta farm stream, okay, and one is Alberta rural renewal stream, okay, rural entrepreneur. I think Nisha can mention about the rural renewal Yeah, stream. same again, अगर वही आपकी इन्वेस्टमेंट रूरल कैटेगरी में हो रही है और आप रूरल कम्युनिटी को बूस्ट करना चाह रहे हो, इकोनॉमिक बेनिफिट्स लेकर आ रहे हो बिजनेस प्लान के थ्रू, तो yes, the same investment numbers would be applicable for rural entrepreneur stream. एंड उसके अलावा रहती है हमारी फार्म स्ट्रीम। सो फार्म, अगर फार्मिंग से आप बैकग्राउंड से बिलोंग करते हो, उसको मैनेजिंग और उसकी ओनरशिप है आपके पास कभी, एंड देन यू हैव एन एक्सपीरियंस कि कैसे उसको टेक केयर करना है, कैसे उसे ग्रो करना है, देन यस, मिनिमम $500,000 कैनेडियन डॉलर्स अगर आप इन्वेस्ट करना चाहते हो, and there are financing opportunities available for those too. अच्छा, अगर आप फार्म से रिलेटेड कोई इन्वेस्टमेंट करते हो तो then again yes, this is also a category जिसमें आप सीधा इन्वेस्टमेंट करें and then you get a nomination from Alberta और आप फिर अपनी PR एप्लीकेशन डाल। ਇਹ ਦੇਖੋ ਕਿੰਨੇ ਸੋਹਣੇ ਪ੍ਰੋਗਰਾਮ ਜਿਹੜੇ ਨਿਸ਼ਾ ਨੇ ਵੀ ਟੱਚ ਕੀਤੇ ਕਿ ਐਲਬਰਟਾ ਰੂਰਲ ਐਂਟਰਪ੍ਰੀਨਿਓਰ ਸਟਰੀਮ, ਜਿਹਦੇ ਵਿੱਚ ਐਲਬਰਟਾ ਦੀ 28 29 ਜਿਹੜੀ ਕਮਿਊਨਿਟੀਜ਼ ਹੈਗੀਆਂ ਜੀ, ਤੁਸੀਂ ਉਸ ਕਮਿਊਨਿਟੀ ਨੂੰ ਸਿਲੈਕਟ ਕਰਕੇ ਉਸ ਕਮਿਊਨਿਟੀ ਦੇ ਵਿੱਚ ਤੁਸੀਂ ਆਪਣਾ ਬਿਜ਼ਨਸ ਪਲਾਨ ਉੱਥੇ ਦੇ ਜਿਹੜੇ ਕਮਿਊਨਿਟੀ ਆਫੀਸਰ ਨਾਲ ਡਿਸਕਸ ਕਰੋ, ਆਪਣਾ ਸਬਮਿਟ ਕਰੋ UI ਵਿਦ ਇਨਵੈਸਟਮੈਂਟ ਆਫ $50,000 ਤੋਂ ਲੈ ਕੇ ਤੁਸੀਂ $1,00,000 ਜਿੰਨੇ ਵੀ ਵੱਧ ਤੋਂ ਵੱਧ ਕਰੋ। ਅਰਬਨ ਏਰੀਆ ਕਰ ਰਹੇ ਹੋ, ਰੀਜਨਲ ਏਰੀਆ ਚੂਜ਼ ਕਰ ਰਹੇ ਹੋ, ਕਿੰਨੀ ਪੋਪੂਲੇਸ਼ਨ ਵਾਲੀ ਕਮਿਊਨਿਟੀ ਕਰ ਰਹੇ ਹੋ, ਕਿੰਨੀ ਦੀ ਇਨਵੈਸਟਮੈਂਟ ਕਰ ਰਹੇ ਹੋ, ਅਗੇਨ ਪੁਆਇੰਟ ਗ੍ਰਿਡਸ ਹੈਗੇ ਨੇ, ਤੇ ਉਹਦੇ ਵਿੱਚ ਤੁਸੀਂ ਆਪਣਾ EOI ਸਬਮਿਟ ਕਰ ਸਕਦੇ ਹੋ। ਸੈਕੰਡ ਥਿੰਗ ਵਿਚ ਸ਼ੀ ਹੈਜ਼ ਮੈਂਸ਼ਨ ਇਜ਼ ਦੀ ਫਾਰਮ ਸਟਰੀਮ। $5,00,000 ਦੀ ਆਪਾਂ ਪ੍ਰਾਪਰਟੀ ਫਾਰਮ ਐਗਰੀਕਲਚਰ ਲੈਂਡ, ਖੇਤਾਂ ਦੇ ਮਾਲਕ ਵੀ ਬਣੋਗੇ ਤੁਸੀਂ ਨਾ। ਓਕੇ, ਤੁਸੀਂ ਉਸ ਐਗਰੀਕਲਚਰ ਲੈਂਡ ਦੇ ਮਾਲਕ ਬਣ ਰਹੇ ਹੋ, ਤੁਸੀਂ ਉੱਥੇ ਕੋਈ ਫਾਰਮਿੰਗ ਦਾ ਪਲਾਨ ਆਪਣਾ ਡਿਵੈਲਪ ਕਰ ਰਹੇ ਹੋ। ਆਫ ਕੋਰਸ ਤੁਹਾਡਾ ਪੁਰਾਣਾ ਐਕਸਪੀਰੀਅੰਸ ਐਜ਼ ਅ ਫਾਰਮਰ ਹੋਣਾ ਚਾਹੀਦਾ, ਦੈਟਸ ਅ ਮੈਂਡੇਟਰੀ ਰਿਕੁਆਇਰਮੈਂਟ। ਤੇ ਉਹਦੇ ਵਿੱਚ ਤੁਸੀਂ ਫਾਰਮ ਕੈਟੇਗਰੀ ਵਿੱਚ $5,00,000 ਇਨਵੈਸਟ ਆਪਦੇ ਕਰ ਲਓ, ਜਾਂ ਫਿਰ ਤੁਹਾਨੂੰ ਕੈਨੇਡੀਅਨ ਫਾਈਨੈਂਸ਼ੀਅਲ ਅਥਾਰਟੀ ਤੁਹਾਨੂੰ ਸਪੋਰਟ ਕਰ ਦੇਵੇ, ਤੁਹਾਡਾ ਪਲਾਨ ਜਾਂ ਪ੍ਰੋਜੈਕਟ ਇੰਨਾ ਵਧੀਆ ਉਹਨਾਂ ਨੂੰ ਲੱਗੇ, ਉਹ ਵੀ ਤੁਸੀਂ ਰਾਹ ਅਪਣਾ ਸਕਦੇ ਹੋ। ਮੀਨਸ ਦੇਖੋ ਮਿਨੀਮਮ ਤੋਂ ਮਿਨੀਮਮ 25,000 ਜਾਂ ਉਹ ਵੀ ਮੈਂਡੇਟਰੀ ਨਹੀਂ ਹੈਗਾ, ਤਾਂ $5,00,000 depending upon your size of investment, depending upon your nature of investment, ਤੁਸੀਂ ਤੁਹਾਡੀ ਸਕਿੱਲਸ ਕਿਵੇਂ ਦੀ, ਕਿਹੜੇ ਬੈਕਗ੍ਰਾਉਂਡ ਤੋਂ ਆ ਰਹੇ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਗ੍ਰੈਜੂਏਟ ਸਟਰੀਮ ਚ ਆ ਜਾਓ, ਤੁਸੀਂ ਐਲਬਰਟਨ ਪੜ੍ਹੇ ਹੋ ਐਲਬਰਟਾ ਵਾਲੀ ਸਟਰੀਮ ਚ ਆ ਜਾਓ, ਤੁਸੀਂ ਬਾਹਰ ਦੇ ਜਾਂਦੇ ਹੋ ਫਾਰਮਿੰਗ ਸਟਰੀਮ ਚ ਆ ਜਾਓ, ਤੁਸੀਂ ਰੂਰਲ ਚ ਸੈਟਲ ਕਰਨਾ ਚਾਹੁੰਦੇ ਹੋ, ਉੱਥੇ ਦੀ ਕਮਿਊਨਿਟੀ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਤੁਸੀਂ ਇਨੋਵੇਟਿਵ ਆਈਡੀਆ ਨਾਲ ਉਸ ਚ ਆ ਜਾਓ। देयर आर 4 ਕੈਟੇਗਰੀਜ਼ ਬੇਸਿਕਲੀ ਇਨਵੈਸਟਮੈਂਟ ਦੀ ਐਲਬਰਟਾ ਦੇ ਵਿੱਚ। ਇਹ ਆਪਾਂ ਜ਼ਿਆਦਾ ਡਿਸਕਸ ਨਹੀਂ ਕਰਦੇ ਇਹਨਾਂ ਚੀਜ਼ਾਂ ਬਾਰੇ, ਤੇ ਬਟ these are next things to look for, and our candidates, our community should look and approach for these programs rather than just keep digging the same things again and again. ਮੈਨੂੰ ਲੱਗਦਾ ਵਿਕਾਸ ਜੀ, ਜਦੋਂ ਅਸੀਂ ਨਾ ਪੱਕੇ ਹੋਣ ਦੀ ਗੱਲ ਕਰਦੇ ਹਾਂ ਨਾ, ਕਿਸੇ ਨੂੰ ਵੀ ਪੁੱਛ ਲਓ, ਸਪੈਸ਼ਲੀ ਜੇ ਤੁਸੀਂ ਪੰਜਾਬ ਪੁੱਛਾਂਗੇ ਜਾਂ ਉੱਥੇ ਹੋਰ ਜਿਹੜੇ ਏਰੀਆਜ਼ ਨੇ, ਗੁਜਰਾਤ ਜਾ ਕੇ ਪੁੱਛੋ ਜਾਂ ਸਾਊਥ ਜਾ ਕੇ ਪੁੱਛੋ, ਹਰ ਬੰਦੇ ਦੀ ਜ਼ੁਬਾਨ ਤੇ ਨਾ ਇੱਕੋ ਵਰਡ ਹੈ, ਕਹਿੰਦੇ ਨੇ LMIA ਦਵਾ ਦਿਓ ਤੇ ਤੁਸੀਂ ਦੱਸੋ ਪੈਸੇ ਕਿੰਨੇ ਲੈਣੇ ਆ, ਹੈ ਨਾ। ਸੋ ਜੇ ਤੁਸੀਂ ਉੱਥੇ ਪੈਸੇ ਖਰਚਣ ਨੂੰ ਤਿਆਰ ਹੋ, ਫੋਰ ਐਗਜ਼ਾਮਪਲ 40-50 ਹਜ਼ਾਰ, ਪਤਾ ਨਹੀਂ ਕਿੰਨੇ ਲੋਕ ਕਹਿੰਦੇ ਨੇ, ਬਟ ਉਹ ਹੁੰਦਾ ਕੋਈ ਕੰਮ ਨਹੀਂ ਹੈ ਜੀ। ਸੋ $50,000 ਤੁਸੀਂ ਵੈਸੇ ਵੀ ਖਰਚਣਾ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਹਾਂ ਇੱਕ ਇਨਵੈਸਟਮੈਂਟ ਵੈਸੇ ਵੀ ਕਰਨੀ ਹੈ, ਕਿਤੇ ਹੋਰ ਕਰਨੀ ਹੈ, 50,000 ਵੈਸੇ ਦੇਖੋ ਤਾਂ ਕੋਈ ਕੰਮ ਸ਼ੁਰੂ ਕਰਨਾ ਇੰਡੀਆ 'ਚ ਵੀ ਬਹੁਤ ਔਖਾ ਹੈ। ਪਰ ਇੱਥੇ ਆ ਕੇ ਜਦੋਂ ਤੁਸੀਂ 50,000 ਦੇ ਵਿੱਚ ਪੈਸੇ ਵੀ ਅਰਨ ਕਰਦੇ ਹੋ, PR ਵੀ ਤੁਹਾਨੂੰ ਮਿਲਦੀ ਹੈ ਔਨ ਦਾ ਟੌਪ, ਤੁਸੀਂ ਇੱਥੇ ਆ ਕੇ ਆਰਾਮ ਨਾਲ ਤੁਸੀਂ ਆਪਣਾ ਲਾਈਫ ਸਟਾਈਲ ਜਿਹੜਾ ਵਧੀਆ ਕਰ ਸਕਦੇ ਹੋ, ਬਿਹਤਰ ਜ਼ਿੰਦਗੀ ਜਿਹੜੀ ਹੈ ਉਹਦੀ ਸ਼ੁਰੂਆਤ ਕਰ ਸਕਦੇ ਹੋ। ਸੋ ਵਾਈ ਨਾਟ, ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਤੁਹਾਨੂੰ ਲੱਗਦਾ ਸਵਾਲ ਹੈ, 25,000 50,000 ਵਟ ਐਵਰ, ਤੁਸੀਂ ਜਿਹੜੇ ਗਿਵਨ ਨੰਬਰਸ ਨੇ ਉੱਥੇ ਕਾਲ ਕਰੋ,
ਚੇਜ਼ ਇਮੀਗ੍ਰੇਸ਼ਨ, ਚੇਜ਼ ਗਲੋਬਲ ਇਮੀਗ੍ਰੇਸ਼ਨ ਦੀ ਜਿਹੜੀ ਟੀਮ ਹੈ ਇਹਨਾਂ ਨਾਲ ਗੱਲਬਾਤ ਕਰੋ। ਜੇ ਕੋਈ ਬਿਜ਼ਨਸ ਵੀ ਸਟਾਰਟ ਕਰਨਾ ਹੈ, ਜੇ ਤੁਹਾਡੇ ਮਨ ਦੇ ਵਿੱਚ ਕੋਈ ਆਈਡੀਆ ਤੁਹਾਨੂੰ ਲੱਗਦਾ ਕਿ ਸ਼ਾਇਦ ਆਹ ਵਾਲਾ ਬਿਜ਼ਨਸ ਹੈ ਇਹ ਵੀ ਕਰ ਸਕਦੇ ਹਾਂ, ਵਾਈ ਨਾਟ, ਤੁਸੀਂ ਕਾਲ ਕਰਕੇ ਜਾਣਕਾਰੀ ਜਿਹੜੀ ਲਓ ਔਰ ਆਪਣੇ ਜਿਹੜੇ ਪੇਪਰਸ ਹੈ ਤੁਸੀਂ ਫਾਈਲ ਕਰ ਸਕਦੇ ਹੋ। ਸੋ ਕੁਝ ਹੋਰ ਐਡ ਆਨ ਕਰਨਾ ਚਾਹੋਗੇ ਵਿਕਾਸ ਜੀ, ਨਿਸ਼ਾ ਜੀ? No, I would say stay tuned. Abhi, one of our staff members will discuss more on tourism and hospitality stream, which जी. was recently launched. उसमें बहुत सारे occupations हैं जो in demand है Alberta में, and rather like they opened it and for the first phase they said like we are again over with the number of applications we have received. So yes, ये भी एक अच्छी opportunity है. Alberta is starting giving us. So yeah, stay tuned for more updates because Alberta will definitely come up with. ਬਿਲਕੁਲ ਹਸਪਿਟੈਲਿਟੀ ਨੂੰ ਥੋੜਾ ਜਿਹਾ ਸਿੰਪਲੀਫਾਈ ਕਰ ਦਿਓ, ਜਿਹਦੇ ਵਿੱਚ ਹੁਣ ਫੂਡ ਇੰਡਸਟਰੀ ਹੈ ਨਾ, ਉਹਦੇ ਵਿੱਚ ਬਹੁਤ ਸਾਰੇ ਲੋਕ ਇੱਥੇ ਆਲਰੇਡੀ ਕੰਮ ਕਰਦੇ ਨੇ ਸਾਡੇ, ਹੈ ਨਾ। ਸੋ ਉਹਦੇ ਵਿੱਚ ਫੂਡ ਇੰਡਸਟਰੀ ਸ਼ੈਫਸ ਜਿਹੜੇ ਨੇ, ਇਟ ਵਿਲ ਬੀ ਗੋਲਡਨ ਓਪਰਚੁਨਿਟੀ। ਤੁਸੀਂ ਭਾਵੇਂ ਸਕਿਲਡ ਹੋ, ਅਨਸਕਿਲਡ ਹੋ, ਅਟੈਂਡੈਂਟ ਹੋ, ਸਰਵਰ ਵੀ ਹੋ, ਕਲੀਨਰ ਹੋ ਤੁਸੀਂ। ਅੱਛਾ, ਕਲੀਨਰ ਤੁਸੀਂ ਉਸ ਕੈਟਾਗਰੀ ਵਿੱਚ ਫਾਲ ਕਰ ਰਹੇ ਹੋ। ਅੱਛਾ, ਲਓ ਜੀ, ਦੇਖੋ ਇਹਨੂੰ ਸਿੰਪਲੀਫਾਈ ਕਰਕੇ ਕਿੰਨੀ ਕੈਟਾਗਰੀਜ਼ ਜਿਹੜੀਆਂ ਨੇ ਉਹ ਖੁੱਲ ਗਈਆਂ ਨੇ। ਸੋ ਤੁਸੀਂ ਇਸ ਦੇ ਬਾਰੇ ਵਿੱਚ ਜਾਣਕਾਰੀ ਲੈਣੀ ਹੈ, ਜਿਵੇਂ ਨਿਸ਼ਾ ਜੀ ਨੇ ਕਿਹਾ, ਸਟੇ ਟਿਊਨਡ। ਅਸੀਂ ਹੋਰ ਵੀ ਜਿਹੜੀ ਹੈ ਗੱਲਬਾਤ ਤੁਹਾਡੇ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਵਾਂਗੇ, ਔਰ ਜੇ ਤੁਹਾਨੂੰ ਕੋਈ ਕਨਫਿਊਜ਼ਨ ਹੈ ਕਿਸੇ ਗੱਲਬਾਤ ਤੇ, ਅਗੇਨ ਤੁਸੀਂ ਇਹਨਾਂ ਨੂੰ ਕਾਲ ਕਰੋ। ਵਿਕਾਸ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਤਾਂ ਇਹ ਮੈਸੇਜ ਦੇਣਾ ਚਾਹੂੰਗਾ ਜੀ, ਜਿਹੜੇ ਰਿਊਮਰਸ ਨਾਲ ਲੋ ਜਾਂ ਥੋੜੀ ਬਹੁਤ ਹਾਫ ਇਨਫੋਰਮੇਸ਼ਨ ਹੈਗੀ ਕਿ ਅਲਬਰਟਾ ਹੈਜ਼ ਪਾਜ਼ਡ ਨਾਓ, ਇਹ ਸਟਾਪ ਹੋ ਗਿਆ, ਨਹੀਂ, ਇਟਸ ਨਾਟ ਲਾਈਕ ਦੈਟ। ਰਾਦਰ ਥੋੜਾ ਜਿਹਾ ਆਪਾਂ ਇਨੋਵੇਟਿਵ ਤਰੀਕੇ ਨਾਲ ਸੋਚੀ, ਮਲਟੀਪਲ ਪ੍ਰੋਗਰਾਮਸ ਐਕਚੁਅਲੀ ਵਧ ਗਿਆ, ਹੋਰ ਵਧੀਆ ਹੋ ਗਿਆ। ਇੱਕ ਤਰ੍ਹਾਂ ਤੋਂ ਥੋੜਾ ਜਿਹਾ ਆਪਾਂ ਫਿਲਟਰ ਆਊਟ ਕਰ ਸਕਦੇ ਹਾਂ ਕਿਹੜੀ ਓਪਰਚੁਨਿਟੀ ਕਿਹੜੇ ਕੈਂਡੀਡੇਟ ਲਈ ਜ਼ਿਆਦਾ ਸੂਟੇਬਲ ਹੈਗੀ ਹੈ, ਰਾਈਟ। ਜਿਵੇਂ ਤੁਸੀਂ ਕਿਹਾ ਕਿ ਜੇ ਤੁਹਾਡੇ ਕੋਲ ਇਨਵੈਸਟਮੈਂਟ ਹੈਗੀ ਹੈ, ਵਾਈ ਨੋਟ ਟੂ ਇਨਵੈਸਟ ਇਨ ਦੋਸ ਪ੍ਰੋਗਰਾਮ ਜਿੱਥੇ ਉਹ ਤੁਹਾਡੀ ਲੀਗਲ ਇਨਵੈਸਟਮੈਂਟ ਇੱਕ ਜਾ ਰਹੀ, ਜੈਨੂਇਨ ਇਨਵੈਸਟਮੈਂਟ ਫਾਲ ਕਰਦੀ ਹੈ, ਰਾਈਟ। ਤੇ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਅਪਾਇੰਟਮੈਂਟਸ ਐਜ਼ ਐਨ ਐਂਟਰਪ੍ਰੈਨਿਓਰ ਜਾਂ ਬਿਜ਼ਨਸ ਇਨਵੈਸਟਮੈਂਟ ਦੇ ਆਪਸ਼ਨ ਤੁਸੀਂ ਉਹ ਵੀ ਬੁੱਕ ਕਰਾ ਸਕਦੇ ਹੋ। ਸਾਡੀ ਟੀਮ ਆਫ RCIC ਨਾਲ ਤੁਸੀਂ ਮਿਲ ਸਕਦੇ ਹੋ ਤੇ ਲੈਟਸ ਸੀ, ਇਟਸ ਕੇਸ ਟੂ ਕੇਸ ਬੇਸਿਸ ਆਪਾਂ ਮਿਲ ਸਕਦੇ ਹਾਂ ਤੇ ਡਿਸਕਸ ਕਰ ਸਕਦੇ ਹਾਂ, ਬੈਟਰ ਤੁਹਾਨੂੰ ਗਾਈਡ ਕਰ ਸਕਦੇ ਹਾਂ। ਤੇ BTV ਵਾਲੇ ਜਿਹੜੇ ਸਰੋਤੇ ਹੈਗੇ ਉਹਨਾਂ ਨੂੰ ਸਪੈਸ਼ਲ ਅਸੀਂ ਪ੍ਰਿਵਿਲੇਜ ਹਮੇਸ਼ਾ ਦਿੰਦੇ ਆ ਰਹੇ ਨੇ ਜੋਗੇ ਵੀ। ਤੇ ਲੁਕਿੰਗ ਫਾਰਵਰਡ ਟੂ ਹੈਵ ਆਵਰ few more sessions regarding the same or some new topics. जी बिल्कुल, थैंक यू सो मच। आप कुछ और ऐड करना चाहेंगे? No, all good, yeah, that's thank you ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਅਗੇਨ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਅਸੀਂ ਬਿਲਕੁਲ ਸਿੰਪਲੀਫਾਈ ਕਰਕੇ ਦੱਸ ਤਾਂ ਦਿੱਤੀ ਹੈ, ਬਟ ਅਗੇਨ ਜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਤੁਸੀਂ ਚੇਜ਼ ਗਲੋਬਲ ਇਮੀਗ੍ਰੇਸ਼ਨ ਦੇ ਆਫਿਸਿਸ ਤੇ ਫੋਨ ਕਰਕੇ ਜਾਂ WhatsApp ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ। ਅਗੇਨ ਕਮੈਂਟ ਸੈਕਸ਼ਨ ਦੇ ਵਿੱਚ ਜੇ ਕੋਈ ਵੀ ਤੁਸੀਂ ਜਾਣਕਾਰੀ ਪਾਓਗੇ, ਆਪਣੀ ਪਰਸਨਲ ਜਾਣਕਾਰੀ ਨਾ ਪਾਇਆ ਕਰੋ, ਜਸਟ ਫੋਨ ਨੰਬਰ ਤੁਸੀਂ ਉੱਥੇ ਲੀਵ ਕਰ ਦਿਓ ਤੇ ਇਹਨਾਂ ਦੀ ਟੀਮ ਦੇ ਵਿੱਚੋਂ ਤੁਹਾਨੂੰ ਜ਼ਰੂਰ ਕਾਲ ਬੈਕ ਕੀਤਾ ਜਾਵੇਗਾ ਜਾਂ ਤੁਹਾਨੂੰ ਕੰਟੈਕਟ ਕੀਤਾ ਜਾਵੇਗਾ। ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ, ਅਗੇਨ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਜੀ, ਇਹਨਾਂ ਦੇ ਆਫਿਸ ਚੋਂ ਜਾਂ ਇਹਨਾਂ ਨੂੰ ਅਸੀਂ ਆਪਣੇ ਸਟੂਡੀਓ 'ਚ ਬੁਲਾਵਾਂਗੇ। ਤੁਹਾਡੇ ਤੱਕ ਜਿਹੜੀ ਹੈ ਗੱਲਬਾਤ ਅਸੀਂ ਪਹੁੰਚਾਉਂਦੇ ਰਵਾਂਗੇ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਤੁਸੀਂ ਸਾਨੂੰ ਪੁੱਛੋ, ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਅਗੇਨ ਇਹਨਾਂ ਨੂੰ ਪੁੱਛ ਕੇ ਤੁਹਾਡੇ ਤੱਕ ਉਹ ਇਨਫੋਰਮੇਸ਼ਨ ਪਹੁੰਚਾਵਾਂਗੇ ਜੀ। ਦੇਖਦੇ ਰਹੋ BTV, ਆਲਵੇਜ਼ ਬੀ ਪੋਜ਼ਿਟਿਵ, be yourself. हेलो एवरीवन, मेरा नाम मनदीप कौर सरोवा है। मैं चीज़ ग्लोबल इमीग्रेशन ਵਿੱਚ ਐਜ਼ ਅ ਐਡਮਿਨ ਅਸਿਸਟੈਂਟ ਕੰਮ ਕਰ ਰਹੀ ਹਾਂ। ਅੱਜ ਆਪਾਂ ਗੱਲ ਕਰਾਂਗੇ ਵਿਜ਼ਟਰ ਵੀਜ਼ਾ ਐਂਡ ਸੁਪਰ ਵੀਜ਼ਾ ਦੇ ਬਾਰੇ। ਅੱਜ ਕੱਲ੍ਹ ਜਿਹੜਾ ਵਿਜ਼ਟਰ ਵੀਜ਼ਾ ਐਂਡ ਸੁਪਰ ਵੀਜ਼ਾ ਦਾ ਜੋ ਪ੍ਰੋਸੈਸ ਹੈ ਉਹ ਕਾਫੀ ਫਾਸਟਰ ਹੋ ਚੁੱਕਿਆ ਹੈ। ਫਾਸਟਰ ਹੋਣ ਦੇ ਨਾਲ ਨਾਲ ਜੋ ਆਊਟਕਮਸ ਨੇ ਉਹ ਵੀ ਪੋਜ਼ਿਟਿਵ ਆ ਰਹੇ ਨੇ। ਸੋ ਮੈਂ ਸੁਜੈਸਟ ਕਰੂੰਗੀ ਜਿਨ੍ਹਾਂ ਨੇ ਵੀ ਆਪਣੇ ਰਿਲੇਟਿਵਸ ਜਾਂ ਪੇਰੈਂਟਸ ਨੂੰ ਇੱਧਰ ਬੁਲਾਉਣਾ ਹੈ, ਚਾਹੇ ਉਹ ਵਿਜ਼ਟਰ ਵੀਜ਼ਾ ਹੋਵੇ ਚਾਹੇ ਉਹ ਸੁਪਰ ਵੀਜ਼ਾ ਹੋਵੇ। ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ ਸਪਰਿੰਗ ਐਂਡ ਸਮਰ ਸੀਜ਼ਨ ਆ ਰਿਹਾ ਹੈ, ਸੋ ਬਹੁਤ ਸਾਰੀਆਂ ਟਰੈਵਲ ਡੈਸਟੀਨੇਸ਼ਨਸ ਓਪਨ ਨੇ। ਸੋ ਤੁਸੀਂ ਉਹਨਾਂ ਨੂੰ ਇਨਵਾਈਟ ਕਰ ਸਕਦੇ ਹੋ ਤੇ ਉਮੀਦ ਕਰ ਸਕਦੇ ਹੋ ਕਿ ਜੋ ਆਊਟਕਮਸ ਹੈ ਉਹ ਵੀ ਪੋਜ਼ਿਟਿਵ ਆਉਣਗੇ। ਤੇ ਸੈਕੰਡਲੀ ਆਪਾਂ ਜਿਹੜੀ ਗੱਲ ਕਰਾਂਗੇ ਸਟੱਡੀ ਵੀਜ਼ਾ ਬਾਰੇ। ਜੋ ਵੀ ਸਟੂਡੈਂਟ ਔਨਸ਼ੋਰ ਨੇ ਜਾਂ ਆਫਸ਼ੋਰ ਨੇ, ਅਗਰ ਉਹ ਦੇਖ ਰਹੇ ਨੇ ਕਿ ਉਹਨਾਂ ਨੂੰ ਐਡਮਿਸ਼ਨ ਚਾਹੀਦੀ ਹੈਗੀ 2024 ਦੇ ਵਿੱਚ, ਉਹ ਵੀ ਅਗਰ ਮਈ ਇਨਟੇਕ ਹੈ ਜਾਂ ਫਿਰ ਅਗਸਤ ਹੈ ਜਾਂ ਸੈਪਟੈਂਬਰ ਹੈ, ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸਾਡੇ ਕੋਲ ਵੇਰੀਅਸ ਕਾਲਜਸ ਅਵੇਲੇਬਲ ਹੈਗੇ ਨੇ ਡਿਫਰੈਂਟ ਪ੍ਰੋਗਰਾਮਸ ਦੇ ਲਈ, ਤਾਂ ਤੁਸੀਂ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ। ਐਂਡ ਸਾਡੇ ਕੋਲ ਪਬਲਿਕ ਕਾਲਜਸ ਵੀ ਹੈਗੇ ਨੇ ਜਿਹੜੇ ਕਿ ਤੁਹਾਨੂੰ PGWP ਦੇ ਲਈ ਐਲੀਜੀਬਲ ਬਣਾਉਂਦੇ ਨੇ। ਕੁਝ ਸਟੂਡੈਂਟਸ ਨੇ ਜਿਹੜੇ ਕਿ ਮਾਸਟਰ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ, ਉਹਨਾਂ ਨੂੰ ਸੁਜੈਸਟ ਕਰਨਾ ਚਾਹੂੰਗੀ ਕਿ ਅਗਰ ਤੁਸੀਂ ਮਾਸਟਰਸ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਸਾਡੇ ਕੋਲ 2024 ਦੇ ਵਿੱਚ ਐਡਮਿਸ਼ਨ ਸਪੌਟਸ ਅਵੇਲੇਬਲ ਹੈਗੇ ਨੇ, ਤੁਸੀਂ ਅਪਲਾਈ ਕਰ ਸਕਦੇ ਹੋ। ਮਾਸਟਰ ਕੋਰਸ ਨਾ ਕਿ ਤੁਹਾਨੂੰ PGWP ਦੇ ਲਈ ਐਲੀਜੀਬਲ ਕਰੇਗਾ, ਨਾਲ ਹੀ ਤੁਸੀਂ ਅਗਰ ਮੈਰਿਡ ਹੈਗੇ ਹੋ ਤਾਂ ਤੁਸੀਂ ਆਪਣੇ ਸਪਾਊਸਸ ਨੂੰ ਵੀ ਬੁਲਾ ਸਕਦੇ ਹੋ ਓਪਨ ਵਰਕ ਪਰਮਿਟ ਤੇ। ਐਂਡ ਜੇਕਰ ਤੁਹਾਨੂੰ ਕੋਈ ਵੀ ਸੁਜੈਸ਼ਨ ਚਾਹੀਦੀ ਹੈ, ਵੈਦਰ ਤੁਸੀਂ ਸਟੱਡੀ ਵੀਜ਼ਾ ਬਾਰੇ ਪਤਾ ਕਰਨਾ ਹੈ, ਵਿਜ਼ਟਰ ਵੀਜ਼ਾ ਬਾਰੇ ਜਾਂ ਸੁਪਰ ਵੀਜ਼ਾ ਬਾਰੇ, ਤਾਂ ਤੁਸੀਂ ਹੇਠ ਲਿਖੇ ਨੰਬਰਾਂ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਥੈਂਕ ਯੂ ਸੋ ਮਚ। Hello everyone, my name is Priya and I'm an RCIC at Chase Global.
today I want to talk to you about the tourism and hospitality stream, which was launched by Alberta government on 1st of March. And the quota of 500 applications was reached within a few hours. But Alberta is going to launch a phase 2 within the few months. So I just want to say to all the prospective applicants that you need to make sure and be proactive that you are eligible under the stream. To be eligible, the employer needs to be a member of a certain eligible organization. Also, as an employee or a candidate for the stream, you need to make sure that you meet the minimum work experience and language requirements. And the work experience that you have should fall under certain eligible occupations. To give an example, you should be working as a cook, as a bartender, cleaner, etc. And to know more about the eligibility under this stream, and so that you are eligible, please call us and talk to us. And to do that, you can book a consultation with us at the given numbers that you can see on the screen. Thank you.